ਹੈਲੋ, ਗੁੱਡ ਮਾਰਨਿੰਗ। ਅੱਛਾ, ਤੁਹਾਨੂੰ ਮੰਡੇ ਨੂੰ ਲੈਕਚਰ ਤਾਂ ਨਹੀਂ ਪਿਆ ਕਿਉਂਕਿ ਯੂਨੀਵਰਸਿਟੀ ਵੱਲੋਂ ਹੌਲੀਡੇ ਸੀ। ਜਿਹੜੀ ਦੁਸਹਿਰੇ ਦੀ ਛੁੱਟੀ ਸੀ ਉਹ ਇਹਨਾਂ ਨੇ ਮੰਡੇ ਨੂੰ ਕੀਤੀ ਸੀ। ਇਸ ਕਰਕੇ ਤੁਹਾਡਾ ਮੰਡੇ ਵਾਲਾ ਤੇ ਪਿਆ ਨਹੀਂ ਲੈਕਚਰ। ਹੁਣ ਆਪਾਂ ਵਾਪਸ ਸੋਲੋ ਮਾਡਲ ਤੇ ਆ ਜਾਈਏ। ਸੋਲੋ ਮਾਡਲ ਤੇ ਹੈਰੋਡੋਮਰ ਮਾਡਲ ਤੁਹਾਨੂੰ ਉਦੋਂ ਸ਼ੁਰੂ ਕਰਾਇਆ ਸੀ ਮੈਂ। ਸ਼ੁਰੂ ਜਿਹੜਾ ਕੀਤਾ ਸੀ ਤੁਸੀਂ ਉਹਦੇ ਵਿੱਚ ਹੈਰੋਡੋਮਰ ਮਾਡਲ ਦੇ ਉੱਪਰ ਸੋਲੋ ਮਾਡਲ ਨੇ ਐਕਸਟੈਂਸ਼ਨ ਦਿੱਤੀ ਆ। ਤੁਹਾਨੂੰ ਯਾਦ ਹੋਣਾ ਹੈਰੋਡੋਮਰ ਮਾਡਲ ਕੇਂਦਰੀਅਨ ਆਈਡੀਓਲੋਜੀ ਤੇ ਬੇਸਡ ਸੀ। ਜਿਹੜਾ ਸੋਲੋ ਮਾਡਲ ਸੀ ਇਹ ਕਲਾਸੀਕਲ ਮਾਡਲ ਦੇ ਉੱਤੇ ਬੇਸਡ ਸੀ। ਵੈਸੇ ਮੋਟਾ ਜਿਹੜਾ ਕੰਪੈਰੀਜ਼ਨ ਸੀ, ਜਿਹੜਾ ਸਭ ਤੋਂ ਇੰਪੋਰਟੈਂਟ ਕੰਪੈਰੀਜ਼ਨ ਸੀ ਇਹਦਾ ਚੱਲਦਾ ਪਿਆ, ਉਹ ਹੈਗਾ ਸੀ ਕਿ ਤੁਹਾਡਾ ਜਿਹੜਾ ਸੋਲੋ ਮਾਡਲ ਆ, ਸੋਲੋ ਮਾਡਲ ਦੇ ਵਿੱਚ ਆਪਾਂ ਜਿਹੜੇ ਫੈਕਟਰਸ ਦੀ ਪ੍ਰਪੋਰਸ਼ਨ ਆ ਉਹਨੂੰ ਫਿਕਸ ਨਹੀਂ ਮੰਨਿਆ ਸੀ। ਜਦ ਕਿ ਜਿਹੜਾ ਤੁਹਾਡਾ ਹੈਰੋਡੋਮਰ ਮਾਡਲ ਆ ਉਹ ਇਹਨੂੰ ਮੰਨਦਾ ਸੀ ਫਿਕਸਡ ਕੈਪੀਟਲ ਫੈਕਟਰ ਪ੍ਰੋਡਕਸ਼ਨ ਵੀ ਫਿਕਸ ਮੰਨਦਾ ਸੀ ਤੇ ਕੈਪੀਟਲ ਆਊਟਪੁੱਟ ਲੇਬਰ ਰੇਸ਼ੋ ਵੀ ਕੀ ਮੰਨਦਾ ਸੀ, ਉਹ ਫਿਕਸ। ਪਰ ਐਕਚੁਅਲੀ ਇਹ ਫਿਕਸ ਨਹੀਂ ਹੁੰਦੀਆਂ ਜਾਂ ਅਨਰੀਅਲਿਸਟਿਕ ਅਜ਼ੰਪਸ਼ਨ ਸੀ ਹੈਰੋਡੋਮਰ ਦੀ ਕਿ ਕੈਪੀਟਲ ਤੇ ਲੇਬਰ ਹਮੇਸ਼ਾ ਫਿਕਸ ਰਹਿੰਦੇ ਆ, ਕਦੀ ਚੇਂਜ ਨਹੀਂ ਹੁੰਦੇ। ਜਦ ਕਿ ਸੋਲੋ ਮਾਡਲ ਕਹਿੰਦਾ ਹੈ ਕਿ ਕੈਪੀਟਲ ਵੀ ਚੇਂਜ ਹੋ ਸਕਦੀ ਹੈ, ਲੇਬਰ ਵੀ ਚੇਂਜ ਹੋ ਸਕਦੀ ਹੈ। ਜਿਹੜਾ ਤੁਹਾਡਾ ਸੋਲੋ ਮਾਡਲ ਸੀ ਇਹ ਨਿਓ ਕਲਾਸੀਕਲ ਪੋਸਟ ਕੇਂਦਰੀਅਨ ਅਪਰੋਚ ਸੀ। ਜਿਹੜਾ ਤੁਹਾਡਾ ਆਪਣਾ ਹੈਰੋਡੋਮਰ ਮਾਡਲ ਸੀ ਉਹ ਕੇਂਦਰੀਅਨ ਅਪਰੋਚ ਸੀ। ਹੁਣ ਕੇਂਦਰੀਅਨ ਅਪਰੋਚ ਜਿਹੜੀ ਆ ਉਹ ਐਗਰੀਗੇਟ ਡਿਮਾਂਡ ਦੇ ਉੱਤੇ ਬੇਸ ਹੋ ਕੇ ਚੱਲਦੀ ਹੈ। ਜਿਹੜਾ ਤੁਹਾਡਾ ਸੋਲੋ ਮਾਡਲ ਆ ਇੱਕ ਨਿਓ ਕਲਾਸੀਕਲ ਹੋਣ ਕਰਕੇ ਕਲਾਸੀਕਲ ਪਲੱਸ ਕੇਂਦਰੀਅਨ ਦੋਨੇ ਵਿਊ ਲੈ ਕੇ ਚੱਲਦਾ ਸੀ। ਜਿਹੜਾ ਕਲਾਸੀਕਲ ਆ ਉਹ ਕਹਿੰਦੇ ਸੀ ਸੇਵਿੰਗ ਨੂੰ ਇੰਪੋਰਟੈਂਸ ਦੇ ਰਹੇ ਸੀ। ਜਿਹੜਾ ਆਪਣਾ ਕੀ ਕਹਿੰਦੇ ਆ ਹੈਰੋਡੋਮਰ ਸੀ ਉਹ ਡਿਮਾਂਡ ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੇ ਸੀ। ਉਸ ਤਰ੍ਹਾਂ ਹੀ ਜਿਹੜਾ ਹੁਣ ਦੇ ਧਿਆਨ ਨਾਲ ਦੇਖੋ, ਸੋਲੋ ਦੇ ਵਿੱਚ ਇੱਕ ਤਾਂ ਇਹਨੇ ਗੱਲ ਕਰਨੀ ਆ ਸੇਵਿੰਗਸ ਦੀ, ਜਿਹੜੀ ਤੁਹਾਡੀ ਕਲਾਸੀਕਲ ਕੰਸੈਪਟ ਆ। ਉਸ ਤੋਂ ਬਾਅਦ ਉਹਨੇ ਇੱਕ ਗੱਲ ਕੀਤੀ ਇਹਦੇ ਵਿੱਚ ਸੇਵਿੰਗਸ ਤੋਂ ਇਲਾਵਾ, ਉਹ ਗੱਲ ਕੀਤੀ ਆ ਤੁਹਾਡੇ ਨਾਲ ਪ੍ਰੋਪੈਂਸਿਟੀ ਟੂ ਸੇਵ, ਕਿੰਨਾ ਬਚਾਉਂਦੇ ਆ। ਹੁਣ ਪ੍ਰੋਪੈਂਸਿਟੀ ਟੂ ਸੇਵ ਜਿਹੜਾ ਕੰਸੈਪਟ ਆ ਇਹ ਕੇਂਦਰੀਅਨ ਕੰਸੈਪਟ ਆ। ਹੁਣ ਕਲਾਸੀਕਲ ਤੇ ਕੇਂਦਰੀਅਨ ਇਕੱਠੇ ਹੋ ਗਏ, ਜਦੋਂ ਇਹ ਇਕੱਠੇ ਕਰਤੇ ਤੇ ਇਹਨੂੰ ਕਹਿ ਦਿੱਤਾ ਨਿਓ ਕਲਾਸੀਕਲ ਪੋਸਟ ਕੇਂਦਰੀਅਨ ਅਪਰੋਚ। ਜਿਹੜਾ ਆਪਣਾ ਸੋਲੋ ਸੀ 1956 ਦੇ ਵਿੱਚ ਇਹ ਕੰਮ ਕੀਤਾ ਸੀ ਆ ਗਰੋਥ ਮਾਡਲ ਦਾ, ਤੇ 1987 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਸੋਲੋ ਨੂੰ, ਰੋਬਰਟ ਸੋਲੋ। ਹੁਣ ਜਦੋਂ ਆਪਾਂ ਇਹਨੂੰ ਪੜ੍ਹਦੇ ਹਾਂ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਬਾਰ-ਬਾਰ ਮੈਂ ਅੱਗੇ ਵੀ ਕਹੀ ਆ ਕਿ ਕੈਪੀਟਲ ਤੇ ਲੇਬਰ ਰੇਸ਼ੀਓ ਫਿਕਸਡ ਪ੍ਰਪੋਰਸ਼ਨ ਵਿੱਚ ਹੁੰਦੀ ਆ ਅਕੋਰਡਿੰਗ ਟੂ ਹੈਰੋਡੋਮਰ ਮਾਡਲ, ਬਟ ਅਕੋਰਡਿੰਗ ਟੂ ਸੋਲੋ ਮਾਡਲ capital can be substituted for labor can be substituted for capital। ਯਾਨੀ ਕੈਪੀਟਲ ਨੂੰ ਆਪਾਂ ਲੇਬਰ ਲਈ ਸਬਸਟੀਟਿਊਟ ਕਰ ਸਕਦੇ ਹਾਂ, ਲੇਬਰ ਨੂੰ ਕੈਪੀਟਲ ਦੇ ਲਈ, ਦੋਨੇ ਇੱਕ ਦੂਜੇ ਲਈ ਸਬਸਟੀਟਿਊਟੇਬਲ ਆ। ਪਰ ਰੀਅਲ ਲਾਈਫ ਦੇ ਵਿੱਚ ਇੱਦਾਂ ਹੁੰਦਾ ਨਹੀਂ। ਜਿੱਥੇ ਕੈਪੀਟਲ ਹੈ ਉੱਥੇ ਕੈਪੀਟਲ ਹੀ ਚਾਹੀਦਾ ਆ। ਤੁਹਾਨੂੰ ਚਾਹੀਦੀ ਕੈਪੀਟਲ ਆ, ਇਕਵਿਪਮੈਂਟ ਆ, ਉਹਦੀ ਜਗ੍ਹਾ ਲੇਬਰ ਨੂੰ ਲਿਆ ਕੇ ਖੜਾ ਕਰ ਦਿਓ ਕਿ ਉਹਦਾ ਸਬਸਟੀਟਿਊਟ ਨਹੀਂ ਹੈ, ਪਰਫੈਕਟ ਸਬਸਟੀਟਿਊਟ ਤੇ ਨਹੀਂ ਹੈ। ਇਸ ਕਰਕੇ ਲੇਬਰ ਦੀ ਜਗ੍ਹਾ ਤੇ ਤੁਸੀਂ ਕੈਪੀਟਲ ਜਾ ਕੇ ਇੰਪਲੋਏ ਕਰ ਦਿਓ, ਉਹ ਵੀ ਨਹੀਂ ਹੈਗਾ। ਇਸ ਕਰਕੇ ਜੇ ਕ੍ਰਿਟਿਸਿਜ਼ਮ ਕਰੋਗੇ ਤੇ ਜਿਹੜਾ ਤੁਹਾਡਾ ਅਨਰੀਅਲਿਸਟਿਕ ਅਜ਼ੰਪਸ਼ਨ ਇਹ ਵੀ ਬਣਦੀ ਹੈ ਕਿ ਦੋਨੇ ਫੈਕਟਰਸ ਆਫ ਪ੍ਰੋਡਕਸ਼ਨ ਇੱਕ ਦੂਜੇ ਲਈ ਸਬਸਟੀਟਿਊਟੇਬਲ ਨਹੀਂ ਹੈਗੇ। ਅੱਛਾ, ਅਜ਼ੰਪਸ਼ਨਸ ਤੁਸੀਂ ਸਾਰੀਆਂ ਤਰ੍ਹਾਂ ਦੀਆਂ ਪੜ੍ਹ ਲਈਆਂ। ਅੱਜ ਤੁਸੀਂ ਜਿਹੜਾ ਪੜ੍ਹਨਾ ਸੀ ਉਹ ਪੜ੍ਹਨਾ ਸੀ ਪ੍ਰੋਡਕਸ਼ਨ ਫੰਕਸ਼ਨ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਅੱਗੇ ਵੀ ਇੱਕ ਪ੍ਰੋਡਕਸ਼ਨ ਫੰਕਸ਼ਨ ਤੇ ਮੈਂ ਕਰਾ ਹੀ ਦੇਣਾ। ਉਸ ਤੋਂ ਪਹਿਲਾਂ ਵੀ ਤੁਸੀਂ ਇੱਕ ਚੀਜ਼ ਪੜ੍ਹੀ ਆ ਕਿ ਜਿਹੜਾ ਹੈਰੋਡੋਮਰ ਮਾਡਲ ਹੈ ਉਹ ਕਹਿੰਦਾ ਇੱਕ ਵਾਰੀ ਇਕੋਨਮੀ ਡਿਸਟਰਬ ਹੋ ਗਈ, ਆਪਣੀ ਇਕੁਇਲਿਬਰੀਅਮ ਪਾਥ ਨੂੰ ਛੱਡਤਾ, ਉਸ ਤੋਂ ਬਾਅਦ ਉਹ ਇਕੁਇਲਿਬਰੀਅਮ ਪਾਥ ਤੇ ਦੁਬਾਰਾ ਤੋਂ ਨਹੀਂ ਆ ਸਕਦੀ। ਜਦ ਕਿ ਜਿਹੜਾ ਤੁਹਾਡਾ ਸੋਲੋ ਮਾਡਲ ਹੈ ਉਹ ਕਹਿੰਦਾ ਕਿਸੇ ਵੇਲੇ ਵੀ ਇਕੋਨਮੀ ਕਿਸ ਪੁਆਇੰਟ ਆਫ ਟਾਈਮ ਤੇ ਵੀ ਹੋਵੇ ਉਹ ਦੁਬਾਰਾ ਤੋਂ ਇਕੁਇਲਿਬਰੀਅਮ ਦੇ ਵਿੱਚ ਆ ਸਕਦੀ ਹੈ, ਸਟੱਡੀ ਸਟੇਟ ਪਾਥ ਨੂੰ ਅਚੀਵ ਕਰ ਸਕਦੀ ਹੈ। ਇਹਦੇ ਨਾਲ ਹੀ ਆਪਾਂ ਅਜ਼ੰਪਸ਼ਨਸ ਤੇ ਪੜ੍ਹ ਲਈਆਂ ਸੀ। ਉਸ ਤੋਂ ਬਾਅਦ ਆ ਗਿਆ ਪ੍ਰੋਡਕਸ਼ਨ ਫੰਕਸ਼ਨ। ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਤੁਹਾਡੇ ਕੋਲ 3 ਫੈਕਟਰਸ ਆ, ਆਪਾਂ ਮੰਨਦੇ ਪਏ। ਮੈਂ ਤੁਹਾਨੂੰ ਇੱਕ ਇਹਦੇ 'ਚ ਗੱਲ ਸ਼ਾਇਦ ਯਾਦ ਹੋਵੇ, ਉਹਦੇ ਵਿੱਚ ਕਹੀ ਸੀ ਕਿ ਜਿਹੜੇ ਸੋਲੋ ਦਾ ਆਊਟਪੁੱਟ ਆ ਉਹ ਕਿਹਦੇ ਨਾਲ ਬੇਸਡ ਹੁੰਦੀ ਆ, ਸੋਲੋ ਦੇ ਨਾਲ ਜਿਹੜੀ ਡਿਟਰਮੀਨੇਸ਼ਨ ਆ, ਜਾਂ ਨਿਓ ਕਲਾਸੀਕਲ ਦੇ ਵਿੱਚ ਮੈਂ ਇਕਨੋਮਿਕ ਗਰੋਥ ਦੇ ਡਿਟਰਮੀਨੈਂਟ ਕੈਪੀਟਲ ਅਕਮੂਲੇਸ਼ਨ ਤੇ ਸੇਵਿੰਗ ਨਾਲ ਰਿਲੇਟਡ ਡਿਸੀਜ਼ਨਸ ਦੀ ਗੱਲ ਕੀਤੀ ਸੀ। ਇਸ ਤਰ੍ਹਾਂ ਹੀ ਇਕਨੋਮਿਕ ਗਰੋਥ ਦੇ ਨਾਲ ਜਿਹੜੀ ਆਪਾਂ ਲਿੰਕ ਕਰਦੇ ਸੀ ਉਹ ਕਿਹਦੇ, ਜਾਂ ਤੁਹਾਨੂੰ ਮੈਂ ਇੱਕ ਮਿੰਟ ਪੜ੍ਹਾ ਹੀ ਦੇਵਾਂ
ਤੁਸੀਂ ਚੈੱਕ ਕਰੀ ਤੇ ਜਿਹੜਾ ਆਪਾਂ ਪੜ੍ਹਦੇ ਪਏ ਸੀ ਆਊਟਪੁੱਟ ਦੇ ਡਿਟਰਮੀਨੈਂਟ ਉਹ ਹੁੰਦੇ ਸੀ ਇੱਕ ਫੈਕਟਰਸ ਆਫ ਪ੍ਰੋਡਕਸ਼ਨ ਕੈਪੀਟਲ ਤੇ ਦੂਜਾ ਕੀ ਸੀ ਲੇਬਰ। ਹੁਣ ਜਿਹੜੀ ਟੈਕਨੋਲੋਜੀ ਲੌਂਗ ਪੀਰੀਅਡ ਦੇ ਵਿੱਚ ਜਿਹੜਾ ਸੋਲੋ ਉਹ ਕਹਿੰਦਾ ਕੌਂਸਟੈਂਟ ਹੁੰਦੀ ਹੈ, ਬਿਗਨਿੰਗ ਦੇ ਵਿੱਚ ਵੀ ਕੌਂਸਟੈਂਟ ਆ, ਲੌਂਗ ਪੀਰੀਅਡ 'ਚ ਆਟੋਮੈਟਿਕਲੀ ਕੌਂਸਟੈਂਟ ਹੀ ਜਾਣੀ ਹੈ। ਟੈਕਨੋਲੋਜੀ ਦਾ ਇੰਪੈਕਟ ਲੇਬਰ ਤੇ ਕੈਪੀਟਲ ਤੇ ਨਹੀਂ ਪੈਂਦਾ, ਇਹ ਲੇਬਰ ਤੇ ਕੈਪੀਟਲ ਨੂੰ ਇਨਫਲੂਐਂਸ ਨਹੀਂ ਕਰੂਗੀ। ਇਹ ਤੁਸੀਂ ਪਹਿਲਾਂ ਹੀ ਅਜ਼ੰਪਸ਼ਨ 'ਚ ਪੜ੍ਹ ਚੁੱਕੇ ਹੋ। ਇਹਦਾ ਮਤਲਬ ਤੁਹਾਡੇ ਸੋਲੋ ਮਾਡਲ 'ਚ 3 ਫੈਕਟਰਸ ਆ, ਇੱਕ ਕੈਪੀਟਲ, ਇੱਕ ਲੇਬਰ ਤੇ ਤੀਜਾ ਹੈਗਾ ਆ ਟੈਕਨੋਲੋਜੀ। ਤੁਸੀਂ ਪਹਿਲਾਂ ਤੇ ਪ੍ਰੋਡਕਸ਼ਨ ਫੰਕਸ਼ਨ ਪੜ੍ਹਨਾ ਆ ਨਾਰਮਲ, ਜਿਹੜਾ ਇਹਦਾ ਵਿਊ ਆ ਸਟੱਡੀ ਸਟੇਟ ਗਰੋਥ ਅਚੀਵ ਕਦੋਂ ਹੁੰਦੀ ਆ, ਕਿੱਦਾਂ ਆਪਾਂ ਵਾਪਸ ਜਾ ਕੇ ਜਾਂ ਕਿਸੇ ਵੀ ਪੁਆਇੰਟ ਤੇ ਇੱਥੇ ਅਚੀਵ ਕਰ ਸਕਦੇ। ਤੇ ਦੂਜੀ ਤੁਸੀਂ ਚੀਜ਼ ਪੜ੍ਹਨੀ ਆ ਕਿ ਅਲੱਗ-ਅਲੱਗ ਚੀਜ਼ਾਂ, ਕੈਪੀਟਲ ਲੇਬਰ ਰੇਸ਼ੋ ਜਾਂ ਸੇਵਿੰਗ ਰੇਟ ਕਿੱਦਾਂ ਇਹਨੂੰ ਅਸਰ ਕਰਦੀ ਆ, ਲੇਬਰ ਫੋਰਸ ਇਹਨੂੰ ਕਿੱਦਾਂ ਅਸਰ ਕਰਦੀ ਹੈ ਤੇ ਟੈਕਨੋਲੋਜੀ ਇਹਨੂੰ ਕਿੱਦਾਂ ਲੈ ਕੇ ਚੱਲਦੀ ਹੈ। ਸੇਵਿੰਗ ਲੇਬਰ ਫੋਰਸ ਤੇ ਟੈਕਨੋਲੋਜੀ, ਸੇਵਿੰਗ ਇਨਵੈਸਟਮੈਂਟ ਨਾਲ ਜੁੜ ਜਾਂਦੀ ਹੈ, ਇਨਵੈਸਟਮੈਂਟ ਕੈਪੀਟਲ ਨਾਲ ਜੁੜ ਜਾਂਦੀ ਹੈ, ਜਿਹੜੀ ਲੇਬਰ ਫੋਰਸ ਆ ਉਹ ਤੁਹਾਡੀ ਕੈਪੀਟਲ ਨਾਲ ਲੇਬਰ ਨਾਲ ਜੁੜ ਜਾਂਦੀ ਹੈ। ਇੱਕ ਕੈਪੀਟਲ ਆ ਗਿਆ, ਇੱਕ ਲੇਬਰ ਆ ਗਿਆ, ਤੀਜੀ ਹੈਗੀ ਟੈਕਨੋਲੋਜੀ। ਇਹਨਾਂ ਤਿੰਨੇ ਫੈਕਟਰਸ ਦੇ ਕਰਕੇ ਕਿੱਦਾਂ ਇੰਟਰੈਕਸ਼ਨ ਹੁੰਦੀ ਹੈ ਜਾਂ ਇਕੋਨੋਮੀ ਕਿੱਦਾਂ ਡਿਸਟਰਬ ਹੁੰਦੀ ਆ, ਇਕੋਨੋਮੀ 'ਚ ਕੀ ਹੁੰਦਾ ਹੈ। ਸਾਡੀਆਂ ਬੁੱਕਸ ਵਿੱਚ ਇਹਨਾਂ ਤਿੰਨਾਂ ਦੀ ਇੰਟਰੈਕਸ਼ਨ ਜ਼ਿਆਦਾ ਨਹੀਂ ਦਿੱਤੀ, ਪਰ ਆਪਾਂ ਤਿੰਨਾਂ ਦੀ ਇੰਟਰੈਕਸ਼ਨ ਪੜ੍ਹਨੀ ਹੈ। ਅੱਜ ਜਿਹੜਾ ਤੁਹਾਡਾ ਕਨਸੈਪਟ ਸ਼ੁਰੂ ਕਰਨ ਲੱਗਾ ਹੈਗਾ ਪ੍ਰੋਡਕਸ਼ਨ ਫੰਕਸ਼ਨ, ਇਹਦਾ ਜਿਹੜਾ ਸੋਲੋ ਦਾ ਆ ਉਹ ਇਕੋਨੋਮੀ ਕਿੱਦਾਂ ਅਚੀਵ ਕਰਦੀ ਆ ਉਸ ਸਟੱਡੀ ਸਟੇਟ ਗਰੋਥ। ਪ੍ਰੋਡਕਸ਼ਨ ਫੰਕਸ਼ਨ ਸ਼ੁਰੂ ਕਰਨ ਦੇ ਵਿੱਚ ਪਹਿਲਾਂ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਜਿਹੜੀ ਆਊਟਪੁੱਟ ਹੈ ਉਹ ਫੰਕਸ਼ਨ ਕਿਹਦਾ ਹੈ। ਜਿਹੜਾ ਸੋਲੋ ਦਾ ਮਾਡਲ ਆ ਇਹ ਆਪਣੇ ਆਪ 'ਚ ਕਹਿੰਦਾ ਹੈ ਕਿ ਆਊਟਪੁੱਟ ਇਜ਼ ਅ ਫੰਕਸ਼ਨ ਆਫ ਕੈਪੀਟਲ ਐਂਡ ਲੇਬਰ। ਆਊਟਪੁੱਟ ਇਜ਼ ਅ ਫੰਕਸ਼ਨ ਆਫ ਕੈਪੀਟਲ ਐਂਡ ਲੇਬਰ। ਵਾਈ ਹੁੰਦੀ ਆ ਆਊਟਪੁੱਟ, ਇਹ ਹੁੰਦਾ ਆ ਟੈਕਨੋਲੋਜੀ ਸ਼ਾਰਟ ਪੀਰੀਅਡ ਦੇ ਵਿੱਚ ਤੇ ਕੌਂਸਟੈਂਟ ਰਹਿੰਦੀ ਹੈ, ਇਸ ਕਰਕੇ ਇੱਥੇ ਬਹੁਤੀ ਤੁਹਾਨੂੰ ਸਿਰਦਰਦੀ ਦੀ ਲੋੜ ਹੈ ਨਹੀਂ। ਇਹ ਹੈਗਾ ਜ਼ਰੂਰ ਟੈਕਨੋਲੋਜੀ ਆ, ਪਰ ਇਹ ਰਹਿੰਦੀ ਕੀ ਆ ਕੌਂਸਟੈਂਟ। ਇਹਦਾ ਮਤਲਬ ਆਊਟਪੁੱਟ ਇਜ਼ ਇਕੁਅਲ ਟੂ ਟੈਕਨੋਲੋਜੀ ਐਂਡ ਫੰਕਸ਼ਨ ਆਫ ਕੈਪੀਟਲ ਐਂਡ ਲੇਬਰ। ਕਿ ਕੈਪੀਟਲ ਆ, ਐਲ ਕੀ ਆ, ਲੇਬਰ। ਇਹ ਫਸਟ ਇਕੁਏਸ਼ਨ ਆ ਜਿਹੜੀ ਪ੍ਰੋਡਕਸ਼ਨ ਫੰਕਸ਼ਨ ਲਈ ਨਿਓ ਕਲਾਸੀਕਲ ਥਿਊਰੀ ਯੂਜ਼ ਕਰਦੀ ਹੈ। ਅੱਛਾ, ਉਸ ਤੋਂ ਬਾਅਦ ਆਪਾਂ ਇੱਕ ਅਜ਼ੰਪਸ਼ਨ ਪੜ੍ਹੀ ਸੀ, ਦੇਅਰ ਇਜ਼ ਕੌਂਸਟੈਂਟ ਰਿਟਰਨ ਟੂ ਸਕੇਲ। ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਹੀ ਦੱਸਤਾ ਆ, ਸਕੇਲ ਕੀ ਹੁੰਦਾ ਆ ਤੇ ਫੈਕਟਰ ਕੀ ਹੁੰਦਾ ਹੈ। ਰਿਟਰਨ ਟੂ ਸਕੇਲ ਤੇ ਰਿਟਰਨ ਟੂ ਫੈਕਟਰ 'ਚ ਕੀ ਡਿਫਰੈਂਸ ਹੈ। ਰਿਟਰਨ ਟੂ ਸਕੇਲ ਲੌਂਗ ਪੀਰੀਅਡ ਕੰਸੈਪਟ ਆ, ਰਿਟਰਨ ਟੂ ਫੈਕਟਰ ਸ਼ਾਰਟ ਪੀਰੀਅਡ ਕੰਸੈਪਟ ਹੈ। ਰਿਟਰਨ ਟੂ ਸਕੇਲ ਦੇ ਵਿੱਚ ਸਾਰੇ ਫੈਕਟਰਸ ਵੇਰੀਏਬਲ ਹੁੰਦੇ ਆ, ਚਾਹੇ ਲੇਬਰ ਹੈ ਚਾਹੇ ਕੈਪੀਟਲ ਹੈ। ਤੁਸੀਂ ਲੇਬਰ ਵੀ ਚੇਂਜ ਕਰ ਸਕਦੇ ਹੋ, ਕੈਪੀਟਲ ਵੀ ਚੇਂਜ ਕਰ ਸਕਦੇ ਹੋ। ਸ਼ਾਰਟ ਪੀਰੀਅਡ ਦੇ ਵਿੱਚ ਸਾਰੇ ਫੈਕਟਰਸ ਵੇਰੀਏਬਲ ਨਹੀਂ ਹੁੰਦੇ, ਇੱਕ ਕੁਝ ਫੈਕਟਰ ਵੇਰੀਏਬਲ ਤੇ ਕੁਝ ਫੈਕਟਰ ਕੀ ਹੁੰਦੇ ਆ ਫਿਕਸਡ। ਉਹਦੇ ਵਿੱਚ ਜੇ ਤੁਸੀਂ ਐਗਜ਼ਾਮਪਲ ਲੈਂਡ ਤੇ ਲੇਬਰ ਦੀ ਲਓਗੇ, ਲੈਂਡ ਫਿਕਸ ਮੰਨਦੇ ਆ, ਲੇਬਰ ਕੀ ਹੁੰਦਾ ਹੈ ਵੇਰੀਏਬਲ। ਅੱਛਾ, ਫਿਲਹਾਲ ਕਿਉਂਕਿ ਲੌਂਗ ਪੀਰੀਅਡ ਕੰਸੈਪਟ ਆਪਾਂ ਮੰਨ ਕੇ ਚੱਲਦੇ ਹਾਂ, ਲੌਂਗ ਪੀਰੀਅਡ ਕੰਸੈਪਟ ਦੇ ਵਿੱਚ ਕੌਂਸਟੈਂਟ ਰਿਟਰਨ ਟੂ ਸਕੇਲ ਦਾ ਮਤਲਬ ਹੁੰਦਾ ਹੈ ਜਿੰਨੀ ਚੇਂਜ ਤੁਸੀਂ ਕੈਪੀਟਲ ਤੇ ਲੇਬਰ 'ਚ ਕਰਦੇ ਪਏ ਹੋ, ਜੇ ਓਨੀ ਚੇਂਜ ਹੀ ਆਊਟਪੁੱਟ 'ਚ ਹੋ ਜੇ ਤੇ ਉਹਨੂੰ ਕੀ ਕਹਿੰਦੇ ਆਪਾਂ ਕੌਂਸਟੈਂਟ ਰਿਟਰਨ ਟੂ ਸਕੇਲ। ਇਹ ਮੈਂ ਅੱਗੇ ਗੱਲ ਕਰ ਚੁੱਕਾ ਹਾਂ ਡਿਟੇਲ ਦੇ ਵਿੱਚ ਤੁਹਾਡਾ ਜਦੋਂ ਆਪਾਂ ਅਜ਼ੰਪਸ਼ਨਸ ਪੜ੍ਹੀਆਂ ਸੀ। ਇਹਦਾ ਮਤਲਬ ਹੁਣ ਜੇ ਆਪਾਂ ਕੇ ਨੂੰ ਕੁਆਂਟਿਟੀ ਕਿੰਨੀ ਇਨਕਰੀਜ਼ ਕੀਤੀ, Z% ਨਾਲ ਇਨਕਰੀਜ਼ ਕੀਤਾ, ਐਲ ਨੂੰ ਵੀ ਕਿੰਨੇ ਪਰਸੈਂਟ ਨਾਲ ਇਨਕਰੀਜ਼ ਕੀਤਾ, Z% ਨਾਲ। ਇਹਦਾ ਮਤਲਬ ਦੋਨਾਂ ਨੂੰ ਆਪਾਂ ਕਿੰਨੀ ਡੋਜ਼ ਵਧਾਤੀ, Z%। ਜਦੋਂ ਦੋਨਾਂ ਦੀ ਡੋਜ਼ Z% ਵਧਾਈ, ਚਾਹੇ ਉਹ ਕੈਪੀਟਲ ਹੈ ਚਾਹੇ ਲੇਬਰ ਆ, ਤੇ ਆਊਟਪੁੱਟ ਜਿਹਨੂੰ ਆਪਾਂ ਵਾਈ ਕਹਿੰਦੇ ਉਹ ਵੀ ਕਿੰਨਾ ਵੱਧ ਗਿਆ, Z ਦੇ ਨਾਲ। ਇਹਦਾ ਮਤਲਬ ਜੇ ਆਪਾਂ 50% ਲੇਬਰ ਤੇ ਕੈਪੀਟਲ ਵਧਾਈ ਆ ਤੇ 50% ਹੀ ਕੀ ਵੱਧ ਗਈ ਆ, ਆਊਟਪੁੱਟ। 50% ਆਊਟਪੁੱਟ ਵਧੀ, 50% ਕੈਪੀਟਲ ਤੇ ਲੇਬਰ ਦੀ ਡੋਜ਼ ਕੱਟ ਕੇ 1 ਆ ਗਿਆ, ਇਹਦਾ ਮਤਲਬ ਇਹ ਕਿਹੜਾ ਰਿਟਰਨ ਟੂ ਸਕੇਲ ਲੱਗਾ, ਕੌਂਸਟੈਂਟ ਰਿਟਰਨ ਟੂ ਸਕੇਲ। ਕਲੀਅਰ ਹੈ। ਪਰ ਨਿਓ ਕਲਾਸੀਕਲ ਥਿਊਰੀ ਕਹਿੰਦੀ ਹੈ ਕਿ ਆਪਾਂ ਪ੍ਰੋਡਕਸ਼ਨ ਫੰਕਸ਼ਨ ਨੂੰ ਕਾਹਦੇ ਵਿੱਚ ਯੂਜ਼ ਕਰਨਾ ਹੈ, ਪਰ ਕੈਪੀਟਾ ਦੇ ਵਿੱਚ, ਪਰ ਕੈਪੀਟਾ ਟਰਮਸ ਦੇ ਵਿੱਚ ਯੂਜ਼ ਕਰਨਾ ਹੈ। ਪਰ ਕੈਪੀਟਾ ਮਤਲਬ ਆਪਾਂ ਇਹਨੂੰ ਲੇਬਰ ਦੇ ਨਾਲ ਡਿਵਾਈਡ ਕਰਨਾ ਹੈ। ਹੁਣ ਜਿਹੜਾ Z ਆ, ਕੁਆਂਟਿਟੀ ਨੂੰ ਆਪਾਂ ਕੀ ਮੰਨ ਲਿਆ, Z ਜਿਹੜੀ ਕੁਆਂਟਿਟੀ ਆ ਉਹਨੂੰ ਕੀ ਮੰਨ ਲਿਆ, 1/L। ਜਦੋਂ 1/L ਇਹਦੇ 'ਚ ਪੁੱਟ ਕਰਾਂਗੇ, ਇਹਨੂੰ ਆਪਾਂ ਮੰਨ ਲਿਆ 1/L। ਕਲੀਅਰ। ਹੁਣ 1/L ਨੂੰ ਤੁਸੀਂ ਇਹਦੇ ਵਿੱਚ ਪੁੱਟ ਕਰਤਾ ਜਿੱਥੇ ਵੀ Z ਆ, ਇੱਥੇ ਆ ਗਿਆ y/L, A, F, K/L ਤੇ L/L। ਆ ਤੁਹਾਡਾ ਲਿਖਿਆ ਮੈਂ, K/L ਤੇ K/L ਹੀ ਰਹਿ ਗਿਆ, L/L ਨੂੰ ਕੀ ਕੱਟ ਕੇ ਆ ਗਿਆ 1। ਹੁਣ ਟੈਕਨੋਲੋਜੀ ਆਪਾਂ ਕੁਛ ਦੇਰ ਲਈ ਕੀ ਮੰਨੀ ਆ, ਕੌਂਸਟੈਂਟ। ਬਿਗਨਿੰਗ ਆ, ਬਿਗਨਿੰਗ ਦੇ ਵਿੱਚ ਇੱਕੋ ਦਮ ਤੇ ਤੁਸੀਂ ਮਸ਼ੀਨਾਂ ਲਿਆ ਕੇ ਲਾਓਗੇ ਨਹੀਂ, ਥੋੜਾ ਟਾਈਮ ਦੇਖੋਗੇ ਕਿੱਦਾਂ ਕੰਮ ਚੱਲਦਾ ਕਿੱਦਾਂ ਨਹੀਂ, ਉਸ ਤੋਂ ਬਾਅਦ ਆਪਾਂ ਉਹਨਾਂ ਚੀਜ਼ਾਂ ਵੱਲ ਹੁੰਦੇ।
ਕਿਉਂਕਿ ਜਦੋਂ ਆਪਾਂ ਅਸਿਊਮ ਕਰਦੇ ਹਾਂ ਬਿਗਨਿੰਗ ਦੇ ਵਿੱਚ ਟੈਕਨੋਲੋਜੀ ਕੀ ਹੁੰਦੀ ਆ ਕੌਂਸਟੈਂਟ। ਇਸ ਕਰਕੇ ਜਦੋਂ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਜਿਹੜਾ Y/L ਆ, ਟੈਕਨੋਲੋਜੀ ਕੌਂਸਟੈਂਟ ਹੋ ਗਈ ਆ, ਚਾਹੇ ਇਹਨੂੰ ਲਿਖੋ ਚਾਹੇ ਨਾ ਲਿਖੋ। ਫੰਕਸ਼ਨ ਕਿਹਦੇ ਬਰਾਬਰ ਆ ਗਿਆ, 1 ਵੀ ਕੌਂਸਟੈਂਟ ਆ, ਨਿਊਮੈਰੀਕਲ ਵੈਲਿਊ ਆ ਗਈ। ਇਹਦਾ ਮਤਲਬ ਤੁਹਾਡੀ ਫੰਕਸ਼ਨ ਕਿਹਦਾ ਬਣ ਗਿਆ, ਕੈਪੀਟਲ ਲੇਬਰ ਰੇਸ਼ੋ ਦਾ। Y/L ਕੀ ਆ, ਆਊਟਪੁੱਟ ਪਰ ਹੈਡ, ਤੇ K/L ਕੀ ਆ, ਕੈਪੀਟਲ ਪਰ ਲੇਬਰ। ਇਹਦਾ ਮਤਲਬ ਆਊਟਪੁੱਟ ਪਰ ਹੈਡ ਇਜ਼ ਅ ਫੰਕਸ਼ਨ ਆਫ ਕੈਪੀਟਲ ਪਰ ਲੇਬਰ। ਆਊਟਪੁੱਟ ਕਿਤੇ ਡਿਪੈਂਡ ਕਰਦੀ ਪਈ ਆ, ਕੈਪੀਟਲ ਪਰ ਲੇਬਰ ਤੇ। ਇਹ ਥਰਡ ਇਕੁਏਸ਼ਨ ਹੈ। ਹੁਣ Y/L ਨੂੰ ਆਪਾਂ ਮੰਨ ਲਿਆ Y, ਇਹ ਤੇ ਕੌਂਸਟੈਂਟ ਆ। ਇਹ A ਜੋ A ਦਾ ਫੰਕਸ਼ਨ ਉਹੀ 1 ਦਾ ਫੰਕਸ਼ਨ ਹੈ, 1 ਵੀ ਕੌਂਸਟੈਂਟ ਹੈ, A ਵੀ ਕੌਂਸਟੈਂਟ ਹੈ, ਚਾਹੇ ਲਿਖੋ ਚਾਹੇ ਨਾ ਲਿਖੋ। ਇਹਦਾ ਮਤਲਬ ਜਿਹੜਾ K/L ਹੈ ਉਹਨੂੰ ਆਪਾਂ ਮੰਨ ਲਿਆ K, ਸਮਾਲ k। Y/L ਨੂੰ ਸਮਾਲ y, K/L ਨੂੰ ਸਮਾਲ k। ਇਹਦਾ ਮਤਲਬ ਆਊਟਪੁੱਟ ਪਰ ਲੇਬਰ ਇਜ਼ ਅ ਫੰਕਸ਼ਨ ਆਫ ਕੈਪੀਟਲ ਪਰ ਲੇਬਰ। ਡਾਇਰੈਕਟ ਰਿਲੇਸ਼ਨ ਹੈ, ਇਹ ਆ ਗਿਆ ਇਕੁਏਸ਼ਨ ਨੰਬਰ 4। ਅੱਛਾ, ਡਾਇਰੈਕਟ ਰਿਲੇਸ਼ਨ ਦਾ ਮਤਲਬ ਆਊਟਪੁੱਟ ਪਰ ਲੇਬਰ ਕੀ ਹੁੰਦੀ ਆ ਤੇ ਕੈਪੀਟਲ ਪਰ ਲੇਬਰ ਕੀ ਹੁੰਦੀ ਆ। ਆਊਟਪੁੱਟ ਪਰ ਲੇਬਰ ਹੁੰਦੀ ਆ ਇੱਕ ਲੇਬਰ ਦੇ ਵਧਾਉਣ ਨਾਲ ਆਊਟਪੁੱਟ 'ਚ ਕੀ ਚੇਂਜ ਆਉਂਦੀ ਆ, ਜਾਂ ਆਊਟਪੁੱਟ ਕੀ ਹੁੰਦੀ ਆ ਇੱਕ ਲੇਬਰ ਦੀ ਇੱਕ ਯੂਨਿਟ ਚੇਂਜ ਹੋਣ ਦੇ ਨਾਲ, ਜਾਂ ਆਊਟਪੁੱਟ ਦਾ ਇੱਕ ਯੂਨਿਟ ਚੇਂਜ ਲਿਆਉਣ ਦੇ ਲਈ ਕਿੰਨੀ ਲੇਬਰ ਲੱਗੂਗੀ, ਇਹਨੂੰ ਕਹਿੰਦੇ ਆਊਟਪੁੱਟ ਪਰ ਲੇਬਰ। ਕੈਪੀਟਲ ਪਰ ਲੇਬਰ ਕੀ ਹੁੰਦੀ ਆ, ਇੱਕ ਯੂਨਿਟ ਕੈਪੀਟਲ ਦਾ ਵਧਾਉਣ ਲਈ ਕਿੰਨੀ ਲੇਬਰ ਨੂੰ ਯੂਜ਼ ਕਰਾਂਗੇ, ਉਹ ਕੀ ਆ ਜਾਏਗੀ ਤੁਹਾਡੇ ਕੋਲ, ਕੈਪੀਟਲ ਪਰ ਲੇਬਰ। ਹੁਣ ਕੈਪੀਟਲ ਪਰ ਲੇਬਰ ਦਾ ਮਤਲਬ ਆਪਾਂ ਲੇਬਰ ਕਿੰਨੀ ਚਾਹੀਦੀ ਆ, ਉਹਦੇ ਤੇ ਕਿੰਨੀ ਕੈਪੀਟਲ ਲੱਗੂਗੀ ਕਿ ਲੇਬਰ ਆਪਾਂ ਨੂੰ ਮਿਲੇ। ਇਹਦਾ ਮਤਲਬ ਤੁਹਾਡਾ ਜਦੋਂ ਆਪਾਂ ਕੈਪੀਟਲ ਵਧਾਵਾਂਗੇ ਤੇ ਆਊਟਪੁੱਟ ਵੀ ਵਧੂਗੀ, ਕੈਪੀਟਲ ਪਰ ਲੇਬਰ ਇਨਕਰੀਜ਼ ਕਰੇਗੀ ਤੇ ਆਊਟਪੁੱਟ ਵੀ ਵਧੂਗੀ। ਕੈਪੀਟਲ ਪਰ ਲੇਬਰ ਵੀ ਡਾਇਰੈਕਟ ਪ੍ਰਪੋਰਸ਼ਨ ਆ, K/L ਡਾਇਰੈਕਟ ਪ੍ਰਪੋਰਸ਼ਨ ਹੈ Y/L ਦੇ ਨਾਲ। ਇਹਦਾ ਮਤਲਬ ਜਦੋਂ ਤੁਹਾਡਾ K/L ਵਧੇਗਾ ਤੇ ਉਦੋਂ Y/L ਵੀ ਵਧੂਗੀ। K/L ਕੀ ਹੈ, ਕੈਪੀਟਲ ਪਰ ਲੇਬਰ, ਤੇ Y/L ਕੀ ਹੈ, ਆਊਟਪੁੱਟ ਪਰ ਲੇਬਰ। ਆਊਟਪੁੱਟ ਪਰ ਲੇਬਰ ਵੀ ਇਨਕਰੀਜ਼ ਉਦੋਂ ਹੋਊਗੀ ਜਦੋਂ ਕੈਪੀਟਲ ਪਰ ਲੇਬਰ ਵਧੂਗੀ। ਇੱਕ ਲੇਬਰ ਦੇ ਉੱਤੇ ਕਿੰਨਾ ਪੈਸਾ ਲੱਗ ਰਿਹਾ ਆ, ਜਦੋਂ ਉਹ ਵਧਾਵਾਂਗੇ ਤੇ ਨੈਚੁਰਲੀ ਆਊਟਪੁੱਟ ਪਰ ਲੇਬਰ, ਉਸ ਲੇਬਰ ਦੇ ਨਾਲ ਆਊਟਪੁੱਟ ਕਿੰਨੀ ਪ੍ਰੋਡਿਊਸ ਹੁੰਦੀ ਪਈ ਆ, ਉਹ ਵੀ ਵੱਧ ਜਾਏਗੀ। ਕਲੀਅਰ ਹੈ। ਅੱਛਾ, ਇਹ ਤੇ ਆ ਗਿਆ ਤੁਹਾਡੇ ਕੋਲ ਕਨਸੈਪਟ ਪ੍ਰੋਡਕਸ਼ਨ ਫੰਕਸ਼ਨ। ਹੁਣ ਆ ਗਈ ਇਹਦੀ ਡਾਇਗਰਾਮੈਟਿਕ ਐਕਸਪਲੇਨੇਸ਼ਨ। ਡਾਇਗਰਾਮੈਟਿਕ ਐਕਸਪਲੇਨੇਸ਼ਨ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਆ y=fk, ਜਿਹੜੀ ਪਿੱਛੇ ਤੁਸੀਂ ਇਕੁਏਸ਼ਨ ਬਣਾਈ ਆ, 4th ਇਕੁਏਸ਼ਨ, ਇਹ ਆਹ ਸਲੋਪ ਹੁੰਦਾ ਹੈ। ਸਲੋਪ ਦਾ ਮਤਲਬ ਪਹਿਲਾਂ ਇਨਕਰੀਜ਼ਿੰਗ ਰੇਟ ਤੇ ਵੱਧਦਾ ਆ, ਬਾਅਦ ਚ ਡਿਮਿਨਿਸ਼ਿੰਗ ਰੇਟ ਤੇ ਵੱਧਦਾ ਆ, ਅੱਗੇ ਜਾ ਕੇ ਕਾਂਸਟੈਂਟ ਹੋ ਜਾਂਦਾ ਹੈ। ਇੱਥੇ ਤੱਕ ਬਹੁਤ ਸਪੀਡ 'ਚ ਵਧਿਆ, ਫਿਰ ਉਸ ਤੋਂ ਅੱਗੇ ਕੀ ਹੋ ਗਿਆ, ਕਾਂਸਟੈਂਟ। ਹੁਣ ਇਹ ਜਿਹੜੀ x ਐਕਸਿਸ ਆ ਉਧਰ ਆ ਗਿਆ ਕੈਪੀਟਲ ਲੇਬਰ ਰੇਸ਼ੀਓ, ਜਿਹੜੀ y ਐਕਸਿਸ ਉਧਰ ਆ ਗਿਆ ਆਊਟਪੁੱਟ ਪਰ ਲੇਬਰ। ਯਾਨੀ ਕਿ ਇੱਧਰ ਆ ਗਿਆ Y/L, ਇੱਧਰ ਆ ਗਿਆ K/L, ਇੱਧਰ ਸਮਾਲ y ਆ ਗਿਆ, ਇੱਧਰ ਸਮਾਲ k। ਇਹ ਸਮਾਲ y ਆ, ਇਹ ਸਮਾਲ k ਆ। y ਕੈਪੀਟਲ ਲਿਖਿਆ ਗਿਆ ਆ ਕਿਉਂਕਿ ਬੁੱਕ ਤੋਂ ਮੈਂ ਫੋਟੋ ਹੀ ਲਈ ਆ। ਇਹ ਸਮਾਲ y ਆ, ਇਹ ਸਮਾਲ k। ਹੁਣ ਇਹ ਸ਼ੋ ਕੀ ਕਰਦਾ ਪਿਆ, ਦੇਖੋ ਇੱਕ ਚੀਜ਼ ਛੋਟੀ ਜੀ ਆ, ਜਦੋਂ ਆਪਾਂ ਮੈਂ ਪੁਆਇੰਟ 10 ਜਿੱਥੇ ਟੱਚ ਕਰਦਾ ਪਿਆ, 10 ਵਾਲੀ ਜਗ੍ਹਾ ਨਹੀਂ ਆ, ਆ ਜਿੱਥੇ ਇਸ ਲਾਈਨ ਦੇ ਉੱਤੇ ਆ ਟ੍ਰਾਇੰਗਲ ਬਣਾਈ, ਆਹ ਵਾਲਾ ਪੁਆਇੰਟ, ਇਹ ਪੁਆਇੰਟ ਨੂੰ ਜਦੋਂ ਮੈਂ ਵਰਟੀਕਲੀ ਸਿੱਧਾ ਖਿੱਚੂੰਗਾ ਇੱਥੇ ਆ ਕੇ ਟੱਚ ਕਰੇਗਾ। ਇਹ ਟੱਚ ਕਰਨ ਦਾ ਮਤਲਬ ਇੱਥੇ ਮੈਂ ਲਿਖ ਲਿਆ K0। ਇਹਦਾ ਮਤਲਬ ਜਦੋਂ ਤੁਸੀਂ K0 ਅਮਾਊਂਟ ਆਫ ਕੈਪੀਟਲ ਪਰ ਲੇਬਰ ਵਧਾਓਗੇ, ਯਾਨੀ ਕਿ K0 ਅਮਾਊਂਟ ਹਰ ਲੇਬਰ ਦੇ ਲਈ ਵਧਾ ਦਿੱਤੀ ਤੁਸੀਂ, ਹਰ ਲੇਬਰ ਦੇ ਉੱਤੇ ਇੰਨਾ ਪੈਸਾ ਲਾਉਣਾ ਸ਼ੁਰੂ ਕਰਤਾ, ਕਿੰਨਾ, K0। ਕਲੀਅਰ ਹੈ। ਜਦੋਂ ਹਰ ਲੇਬਰ ਦੇ ਉੱਤੇ ਇੰਨਾ ਪੈਸਾ ਲਾਓਗੇ, ਉਹਦੇ ਨਾਲ ਤੁਹਾਨੂੰ ਆਊਟਪੁੱਟ ਕਿੰਨੀ ਮਿਲੀ, ਇਹਦੇ ਹੋਰੀਜ਼ੋਨਟਲ ਡਿਸਟੈਂਸ ਦੇ ਬਰਾਬਰ, ਯਾਨੀ ਕਿ ਇੰਨੀ। ਕਲੀਅਰ। ਇੱਥੇ ਸਪੋਜ਼ ਆਪਾਂ ਲਿਖ ਲੈਂਦੇ ਹਾਂ Y0। ਇਹਦਾ ਮਤਲਬ K0 ਅਮਾਊਂਟ ਇੱਕ ਲੇਬਰ ਦੇ ਉੱਤੇ ਜਦੋਂ ਤੁਸੀਂ ਪੈਸਾ ਲਾਇਆ, ਉਹਨੇ ਤੁਹਾਡੀ ਪ੍ਰੋਡਕਸ਼ਨ ਕਿੰਨੀ ਵਧਾ ਦਿੱਤੀ ਜਾਂ ਕਿੰਨੀ ਪ੍ਰੋਡਕਸ਼ਨ ਕੀਤੀ, Y0 ਇੰਨਾ ਪੱਲੇ ਪਿਆ। ਕਲੀਅਰ। ਹੁਣ ਆਪਾਂ ਕੈਪੀਟਲ ਪਰ ਲੇਬਰ ਵਧਾ ਦਿੱਤੀ, ਆਹ ਕੈਪੀਟਲ ਅੱਗੇ ਆਪਾਂ ਬਣਾਉਂਦੇ ਪਏ ਸੀ K0, ਹੁਣ ਆ ਗਿਆ ਇਸ ਪੁਆਇੰਟ ਤੇ ਸਪੋਜ਼ ਕਰੋ ਆਪਾਂ ਵਧਾ ਕੇ ਇੱਥੇ ਲੈ ਜਾਂਦੀ K, K ਅਮਾਊਂਟ ਆਪਾਂ ਲੇਬਰ ਦੀ ਕੈਪੀਟਲ ਦੀ ਵਧਾ ਦਿੱਤੀ, ਪਹਿਲਾਂ K0 ਸੀ, ਹੁਣ K0 ਤੋਂ K ਆਪਾਂ ਕੈਪੀਟਲ ਵਧਾ ਦਿੱਤੀ ਹਰ ਲੇਬਰ ਲਈ। ਹਰ ਲੇਬਰ ਦੇ ਉੱਤੇ ਪੈਸਾ ਲਾਉਣਾ ਸ਼ੁਰੂ ਕਰਤਾ। ਜਦੋਂ ਪੈਸਾ ਲਾਉਣਾ ਸ਼ੁਰੂ ਕੀਤਾ, ਨੈਚੁਰਲੀ ਜਿਹੜੀ ਪਹਿਲਾਂ ਆਊਟਪੁੱਟ ਆਪਾਂ ਨੂੰ ਮਿਲਦੀ ਪਈ ਸੀ Y0, ਹੁਣ ਉਹ ਇਸ ਪੁਆਇੰਟ ਤੇ ਪਹੁੰਚ ਕੇ ਕਿੰਨੀ ਬਣ ਗਈ, Y। ਹੁਣ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ, ਇਸ ਚੀਜ਼ ਦੇ ਕੀ ਸ਼ੋ ਕਰਦੀ ਆ ਕਿ ਤੁਹਾਡੀ ਜਦੋਂ ਆਪਾਂ ਕੈਪੀਟਲ ਚੇਂਜ ਕੀਤੀ ਸਿਰਫ K0 ਤੋਂ K, ਇੱਥੇ ਪੁਆਇੰਟ ਹੈ ਨਹੀਂ, ਮੈਂ ਬੋਲਦਾ ਪਿਆ, ਲੇਬਰ ਵੱਧ ਗਈ Y0 ਤੋਂ Y, ਕੈਪੀਟਲ ਥੋੜੀ ਵਧਾਈ ਆ, ਲੇਬਰ ਜ਼ਿਆਦਾ ਵਧੀ, ਆਹ ਡਿਸਟੈਂਸ ਘੱਟ ਆ, ਆਹ ਡਿਸਟੈਂਸ ਜ਼ਿਆਦਾ ਆ।
ਇਹਦਾ ਮਤਲਬ ਆ ਇਨੀਸ਼ੀਅਲੀ ਜਦੋਂ ਆਪਾਂ ਕੈਪੀਟਲ ਪਰ ਲੇਬਰ ਵਧਾਵਾਂਗੇ ਆਊਟਪੁੱਟ ਪਰ ਲੇਬਰ ਜ਼ਿਆਦਾ ਸਪੀਡ ਨਾਲ ਵਧੂਗੀ ਤੇ ਜਿਹੜੀ ਆਹ ਵਾਲੀ ਆਊਟਪੁੱਟ ਪਰ ਲੇਬਰ ਵਧੀ ਆ, ਆਹ ਜਿਹੜੀ ਚੇਂਜ ਆਈ ਹੈ, ਇਹ ਚੇਂਜ ਨੂੰ ਕਹਿੰਦੇ ਆ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ। 10 ਯੂਨਿਟ ਚੇਂਜ ਕਰਨ ਦੇ ਨਾਲ ਕੈਪੀਟਲ ਆਹ ਵਾਲਾ ਜਿਹੜਾ ਡਿਸਟੈਂਸ ਬਣਿਆ MPK ਜਿਹਦੇ ਅੱਗੇ ਲਿਖਿਆ, ਇਹ ਕੀ ਆ ਗਿਆ ਤੁਹਾਡੇ ਕੋਲ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ। Marginal productivity of capital is the change in total productivity of capital when one additional unit of capital is employed ਜਾਂ factor of production is employed। ਇੱਕ ਐਕਸਟਰਾ ਫੈਕਟਰ ਆਫ ਪ੍ਰੋਡਕਸ਼ਨ ਜਿਹੜਾ ਕਿ ਕੈਪੀਟਲ ਆ ਜਦੋਂ ਵਧਾਵਾਂਗੇ ਉਹਦੇ ਨਾਲ ਟੋਟਲ ਪ੍ਰੋਡਕਟਿਵਿਟੀ ਆਫ ਕੈਪੀਟਲ 'ਚ ਕਿੰਨੀ ਚੇਂਜ ਆਉਂਦੀ ਆ, ਉਹਨੂੰ ਕਹਾਂਗੇ ਆਪਾਂ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ। ਇਨੀਸ਼ੀਅਲੀ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ ਇਨਕਰੀਜ਼ਿੰਗ ਰੇਟ ਤੇ ਚੱਲਦੀ ਹੈ, ਬਾਅਦ ਵਿੱਚ ਇਹ ਰੇਟ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਏਗੀ। ਹੁਣ ਇਸ ਜਗ੍ਹਾ ਤੇ ਆ ਜਾਓ, ਇਸ ਜਗ੍ਹਾ ਤੇ ਕੈਪੀਟਲ ਕਿੰਨੀ ਲਗਾਈ ਆਪਾਂ OK1, ਕੈਪੀਟਲ ਪਰ ਲੇਬਰ ਲਾਤੀ OK1, ਆਊਟਪੁੱਟ ਆਈ Y1। ਮੈਂ ਕੈਪੀਟਲ ਪਰ ਲੇਬਰ K1 ਤੋਂ ਅੱਗੇ ਲੈ ਗਿਆ K2, ਆਹ ਡਿਸਟੈਂਸ ਤੇ ਲੈ ਗਿਆ, ਇੱਥੋਂ ਇਸ ਡਿਸਟੈਂਸ ਤੇ ਆਓਗੇ ਇੱਧਰ ਚੇਂਜ ਜ਼ਿਆਦਾ ਹੋਣੀ ਆ, ਇਸ ਜਗ੍ਹਾ ਤੇ ਚੇਂਜ ਘੱਟ। ਇਹਦਾ ਮਤਲਬ ਜਦੋਂ ਤੁਸੀਂ ਹਾਇਰ ਪ੍ਰੋਡਕਸ਼ਨ ਤੇ ਪਹੁੰਚ ਗਏ ਇਕੋਨੋਮੀ ਦੇ ਵਿੱਚ ਪੈਸਾ ਜ਼ਿਆਦਾ ਲਗਾਉਣਾ ਸ਼ੁਰੂ ਕਰ ਦੋਗੇ, ਪਰ ਲੇਬਰ ਜਿਹੜੀ ਕੈਪੀਟਲ ਹੈ ਉਹ ਜ਼ਿਆਦਾ ਲੱਗ ਰਹੀ ਆ, ਪਰ ਆਊਟਪੁੱਟ ਉਸ ਲੇਬਰ ਦੀ ਕੀ ਨਿਕਲਦੀ ਪਈ ਆ, ਘੱਟ ਨਿਕਲਦੀ ਪਈ ਆ। ਦੇਖੋ ਇਨੀਸ਼ੀਅਲੀ ਤੁਸੀਂ ਬੰਦੇ ਨੂੰ ਕੰਮ ਲਾਣਾ ਆ, ਉਹਦੇ ਕੋਲ ਕੋਈ ਵੀ ਔਜ਼ਾਰ ਹੈ ਨਹੀਂ, ਤੁਸੀਂ ਉਹਨੂੰ ਲੈ ਕੇ ਦੇ ਦਿੱਤਾ। ਹਰ ਬੰਦੇ ਨੂੰ ਮਜ਼ਦੂਰ ਨੂੰ ਕਹੀ ਲੈ ਦਿੱਤੀ, ਪਹਿਲਾਂ ਉਹ ਵਿਚਾਰਾ ਹੱਥ ਨਾਲ ਕੰਮ ਕਰਦਾ ਸੀ, ਮਿੱਟੀ ਪੁੱਟੀ ਜਾਂਦਾ ਸੀ ਹੱਥ ਨਾਲ, ਉਹਦੀ ਆਊਟਪੁੱਟ ਓਨੀ ਨਹੀਂ ਨਿਕਲਦੀ ਸੀ। ਤੁਸੀਂ ਉਸ ਤੋਂ ਬਾਅਦ ਉਹਦੇ ਤੇ ਕੈਪੀਟਲ ਇਨਵੈਸਟ ਕੀਤੀ, ਕੈਪੀਟਲ ਇਨਵੈਸਟ ਮਤਲਬ ਹਰ ਲੇਬਰ ਨੂੰ ਕਹੀ ਲੈ ਕੇ ਦੇ ਦਿੱਤੀ। 100 ਰੁਪਈਆ ਉਹਦੀ ਦਿਹਾੜੀ ਆ, 50 ਰੁਪਈਏ ਦੀ ਤੁਸੀਂ ਉਹਨੂੰ ਕਹੀ ਲੈ ਕੇ ਦੇ ਦਿੱਤੀ ਮਿੱਟੀ ਪੁੱਟਣ ਦੇ ਲਈ। ਹੁਣ ਜਦੋਂ ਤੁਸੀਂ ਉਹਨੂੰ ਕਹੀ ਲੈ ਕੇ ਦਿੱਤੀ, ਹਰ ਬੰਦੇ ਨੂੰ 50 ਰੁਪਈਏ ਇਨਵੈਸਟ ਕਰਤੇ ਤੁਸੀਂ, ਉਹ ਹੋ ਗਿਆ 150 ਰੁਪਈਆ। ਜਿਹੜਾ ਬੰਦਾ ਪਹਿਲਾਂ ਹੱਥ ਨਾਲ ਮਿੱਟੀ ਕੱਢਦਾ ਸੀ ਉਹ ਆਊਟਪੁੱਟ ਦੇ ਰਿਹਾ ਸੀ 100 ਰੁਪਏ ਦੀ, ਤੁਸੀਂ 100 ਰੁਪਈਆ ਲਾਉਂਦੇ ਪਏ ਸੀ, 100 ਰੁਪਈਏ ਦੀ ਉਹ ਆਊਟਪੁੱਟ ਦੇ ਰਿਹਾ ਸੀ। ਹੁਣ ਤੁਸੀਂ ਉਹਨੂੰ 150 ਰੁਪਈਆ ਉਹਦੇ ਤੇ ਲਾਤਾ, ਉਹਨੇ ਆਊਟਪੁੱਟ ਦੇ ਦਿੱਤੀ 300 ਰੁਪਏ ਦੀ, ਯਾਨੀ ਕਿ 150 ਰੁਪਈਏ ਦੇ ਉੱਪਰ ਉਹਨੇ 150 ਦੀ ਆਊਟਪੁੱਟ ਵਧਾ ਕੇ ਦੇ ਦਿੱਤੀ। ਅੱਗੇ 100 ਦੇ ਉੱਪਰ 100 ਮਿਲਦਾ ਸੀ, 100 ਰੁਪਈਆ ਉਹਨੂੰ ਵੇਚ ਦੇ ਰਹੇ ਸੀ 100 ਰੁਪਈਏ ਦੀ, ਉਹ ਆਊਟਪੁੱਟ ਯਾਨੀ ਕਿ 200 ਰੁਪਈਆ ਕਮਾ ਕੇ ਦੇ ਰਿਹਾ ਸੀ 100 ਵਿੱਚੋਂ ਮਾਈਨਸ ਕਰਕੇ। ਹੁਣ ਮਾਰਜਨਲ ਪ੍ਰੋਡਕਟਿਵਿਟੀ 100 ਤੋਂ 150 ਆਪਾਂ ਉਹਦੇ ਤੇ ਕੈਪੀਟਲ ਵਧਾਤੀ, 50 ਰੁਪਏ ਕੈਪੀਟਲ ਵਧਾਈ ਤੇ 150 ਰੁਪਈਆ ਇਨਕਰੀਜ਼ ਹੋ ਗਈ ਆਪਣੇ ਕੋਲ ਆਊਟਪੁੱਟ। ਇਹ ਕਦੋਂ ਆ? ਇਨੀਸ਼ੀਅਲ ਸਟੇਜ ਦੇ। ਹੁਣ ਜੇ ਸਪੋਜ਼ ਕਰੋ ਤੁਸੀਂ ਉਹਦੇ ਤੇ ਇਨਵੈਸਟਮੈਂਟ ਕਰ ਦਿਓ, ਕਈ ਦੇ ਬਾਅਦ ਉਹਨੂੰ ਤੁਸੀਂ ਕੱਪੜੇ ਵੀ ਲੈ ਦਿਓ, ਉਹਨੂੰ ਤੁਸੀਂ ਹਾਈ ਫਾਈ ਉਹਨੂੰ ਕੀ ਕਹਿੰਦੇ ਆ ਔਜ਼ਾਰ ਵੀ ਦੇ ਦਿਓ, ਸਿਕਿਉਰਿਟੀ ਪਰਪਸ ਲਈ ਉਹਨੂੰ ਪਤਾ ਨਹੀਂ ਕੀ ਕੀ ਖੜਾ ਕਰ ਦਿਓ, ਉਹਦੇ ਅੱਗੇ ਤੁਸੀਂ ਆਊਟਪੁੱਟ ਤੇ ਵਧਾ ਤੇ ਉਹਦੀ ਤੇ ਕੈਪੀਟਲ ਤੇ ਇਨਵੈਸਟ ਕਰਤੀ, ਪਰ ਇੱਕ ਦਿਨ ਦੇ ਵਿੱਚ ਜਿੰਨਾ ਫਿਜ਼ੀਕਲ ਵਰਕ ਕਰਦਾ ਸੀ ਉਨਾ ਹੀ ਕਰੇਗਾ, ਥੋੜਾ ਬਹੁਤਾ ਇਨਕਰੀਜ਼ ਹੋ ਜਾਏਗਾ। ਹੁਣ ਜਦੋਂ ਤੁਸੀਂ ਉਸ ਜਗ੍ਹਾ ਤੇ ਜਾਓਗੇ, ਇਹਦਾ ਮਤਲਬ ਜਿੰਨੀ ਤੁਸੀਂ ਆਊਟਪੁੱਟ ਵਧਾਉਂਦੇ ਪਏ, ਜਿੰਨੀ ਤੁਸੀਂ ਕੈਪੀਟਲ ਉਹਦੇ ਤੇ ਲਗਾਉਂਦੇ ਪਏ, ਉਨੀ ਤੁਹਾਨੂੰ ਆਊਟਪੁੱਟ ਨਹੀਂ ਮਿਲਦੀ। ਉਹ ਆਹ ਵਾਲੀਆਂ ਸਟੇਜਿਸ ਹੈ। ਕਲੀਅਰ ਹੈ? ਅੱਛਾ, ਇਹ ਤੇ ਆ ਗਿਆ ਤੁਹਾਡੇ ਕੋਲ ਪ੍ਰੋਡਕਸ਼ਨ ਫੰਕਸ਼ਨ, ਆ ਸਾਰਾ ਉਹੀ ਆ, ਇਹ ਮੈਂ ਇਹਦੇ ਵਿੱਚ ਤੇ ਕਾਫੀ ਜ਼ਿਆਦਾ ਨਹੀਂ ਲਿਖਿਆ ਹੋਣਾ। ਅੱਛਾ, ਹੁਣ ਜਦੋਂ ਤੁਸੀਂ ਆਹ ਪ੍ਰੋਡਕਸ਼ਨ ਫੰਕਸ਼ਨ 'ਚ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਅੱਗੇ ਜਾ ਕੇ 3 ਡਾਇਗਰਾਮਸ ਇਕੱਠੀਆਂ ਹੋਣੀਆਂ। ਆ ਜਿਹੜਾ O ਤੋਂ ਲੈ ਕੇ Y ਇਜ਼ ਇਕੁਅਲ ਟੂ FK ਵਾਲੀ ਲਾਈਨ ਹੈ, ਇਹ ਹੁੰਦਾ ਹੈ ਇਕੋਨੋਮੀ ਦਾ ਪੋਟੈਂਸ਼ੀਅਲ। ਇਕੋਨੋਮੀ ਦਾ ਪੋਟੈਂਸ਼ੀਅਲ ਦਾ ਮਤਲਬ ਇੱਕ ਇਕੋਨੋਮੀ ਕਿੰਨਾ ਪ੍ਰੋਡਿਊਸ ਕਰ ਸਕਦੀ ਆ ਆਪਣੀ ਸਾਰੀ ਲੇਬਰ ਤੇ ਜਿੰਨਾ ਉਹਦੇ ਕੋਲ ਐਗਜ਼ਿਸਟਿੰਗ ਸਟਾਕ ਆਫ ਕੈਪੀਟਲ ਹੈ ਉਹਨੂੰ ਯੂਜ਼ ਕਰਨ ਤੋਂ ਬਾਅਦ। ਇਹ ਪ੍ਰੋਡਕਸ਼ਨ ਫੰਕਸ਼ਨ ਆ ਸੋਲੋ ਦਾ, ਉਹ ਵਾਲੀ ਪ੍ਰੋਡਕਸ਼ਨ ਜਿਹਦੇ ਵਿੱਚ ਇਕੋਨੋਮੀ ਸਭ ਕੁਝ ਹਾਸਲ ਕਰ ਸਕੇ, ਸਭ ਕੁਝ ਲਗਾਉਣ ਤੋਂ ਬਾਅਦ। ਇਹ ਐਕਸੈਪਸ਼ਨਲ ਕੇਸ ਹੈ, ਇਹ ਸਾਰਾ ਮਿਲਦਾ ਨਹੀਂ ਕਦੀ ਵੀ। ਇਹ ਸਿਰਫ ਇੱਕ ਇਕੋਨੋਮੀ ਦੀ ਹਾਈਐਸਟ ਪੁਆਇੰਟ ਆ ਕਿ ਇਕੋਨੋਮੀ ਕਿੰਨਾ ਪ੍ਰੋਡਿਊਸ ਕਰ ਸਕਦੀ ਆ ਆਪਣੀ ਐਗਜ਼ਿਸਟਿੰਗ ਸਾਰੀ ਲੇਬਰ ਯੂਜ਼ ਕਰਕੇ ਤੇ ਐਗਜ਼ਿਸਟਿੰਗ ਕੈਪੀਟਲ ਸਟਾਕ ਸਾਰਾ ਯੂਜ਼। ਤੁਸੀਂ ਇੱਕ ਅਜ਼ੰਪਸ਼ਨ ਪੜ੍ਹੀ ਸੀ, ਉਹ ਅਜ਼ੰਪਸ਼ਨ ਤੁਹਾਡੀ ਹੈਗੀ ਸੀ, ਜੇ ਤੁਸੀਂ ਦੇਖੋ ਦੇਅਰ ਇਜ਼ ਫੁੱਲ ਇੰਪਲੋਇਮੈਂਟ ਇਨ ਦਾ ਇਕੋਨੋਮੀ। ਫੁੱਲ ਇੰਪਲੋਇਮੈਂਟ ਇਨ ਦਾ ਇਕੋਨੋਮੀ 'ਚ 2 ਪੁਆਇੰਟ ਮੈਂ ਤੁਹਾਨੂੰ ਦੱਸੇ ਸੀ, ਇੱਕ ਲੇਬਰ ਫੁੱਲ ਇੰਪਲੋਇਡ ਹੁੰਦਾ ਆ, ਇੱਕ ਕੈਪੀਟਲ ਸਟਾਕ। ਆਹ ਪੁਆਇੰਟ ਇਹਦੇ ਨਾਲ ਹੀ ਮਿਕਸ ਹੋ ਗਿਆ ਸੀ। ਜੇ ਤੁਸੀਂ ਦੋਨੇ ਪੁਆਇੰਟਸ ਨੂੰ ਧਿਆਨ ਨਾਲ ਦੇਖੋ, ਫੁੱਲ ਇੰਪਲੋਇਮੈਂਟ ਵੀ ਹੋਵੇ ਇਕੋਨੋਮੀ 'ਚ, ਯਾਨੀ ਕਿ ਸਾਰੀ ਲੇਬਰ ਫੋਰਸ ਵੀ ਇੰਪਲੋਇਡ ਹੋਵੇ ਤੇ ਜਿੰਨਾ ਸਟਾਕ ਹੈ ਉਹ ਵੀ ਫੁੱਲੀ ਯੂਟੀਲਾਈਜ਼ ਕੀਤਾ ਹੋਵੇ, ਤੇ ਫਿਰ ਤੁਹਾਨੂੰ ਕੀ ਮਿਲੇਗੀ? ਪ੍ਰੋਡਕਸ਼ਨ ਫੰਕਸ਼ਨ, ਜਿਹੜਾ ਪੋਟੈਂਸ਼ੀਅਲ ਆ ਇਕੋਨੋਮੀ ਦਾ ਪੂਰੇ ਦਾ ਪੂਰਾ, ਉਹ ਪੋਟੈਂਸ਼ੀਅਲ ਤੁਹਾਡਾ ਨਿਕਲ ਕੇ ਆ ਜਾਣਾ। ਸਮਝ ਲੱਗੀ? ਆਹ ਜਿਹੜੇ ਹੁੰਦੀ ਆ ਇਹ ਇਕੋਨੋਮੀ ਦਾ ਪੋਟੈਂਸ਼ੀਅਲ ਆ ਜਦੋਂ ਫੁੱਲ ਇੰਪਲੋਇਮੈਂਟ ਤੇ ਫੁੱਲ ਕੈਪੀਟਲ ਸਟਾਕ ਯੂਜ਼ ਹੋ ਰਿਹਾ ਹੋਵੇ। ਇਹ ਤੁਹਾਡੀ ਹੈਗੀ ਸੀ ਡਾਇਗਰਾਮੈਟਿਕ ਐਕਸਪਲੇਨੇਸ਼ਨ।
ਇਹਦੇ ਨਾਲ ਤੁਹਾਡਾ ਪ੍ਰੋਡਕਸ਼ਨ ਫੰਕਸ਼ਨ ਤੇ ਕੰਮ ਖਤਮ ਆ। ਹੁਣ ਆਪਾਂ ਸਟੱਡੀ ਸਟੇਟ ਇਕੁਇਲਿਬਰੀਅਮ ਦੇ ਵੱਲ ਜਾਣਾ ਆ। ਉਹ ਤੁਹਾਡਾ ਮੈਂ ਕੱਲ ਉੱਥੇ ਤੱਕ ਪਹੁੰਚਾਊਂਗਾ ਤੁਹਾਨੂੰ। ਹੁਣ ਤੁਹਾਨੂੰ ਇਹ ਤਾਂ ਪਤਾ ਹੈਰੀਡੋਮਰ ਦੇ ਵਿੱਚ ਆਪਾਂ ਪੜ੍ਹਿਆ ਸੀ ਇਕੋਨਮੀ ਕੀ ਆ, ਬੱਸ ਤੇ ਰੋਡ, ਸੜਕ ਤੇ ਬੱਸ। ਤੇ ਜਿਹੜਾ ਤੁਹਾਡਾ ਸੋਲੋ ਮਾਡਲ ਸੀ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਇਕੋਨਮੀ ਕਿਸ ਤਰ੍ਹਾਂ ਬਿਹੇਵ ਕਰਦੀ ਆ, ਰੇਲ ਤੇ ਰੇਲਵੇ ਟਰੈਕ। ਠੀਕ ਹੈ, ਰੇਲ ਤੇ ਉਹਦੇ ਟਰੈਕ ਦੀ ਤਰ੍ਹਾਂ। ਯਾਨੀ ਕਿ ਹੈਰੀਡੋਮਰ ਮਾਡਲ ਦੇ ਵਿੱਚ ਆਪਾਂ ਪੜ੍ਹਦੇ ਪਏ ਸੀ ਕਿ ਜੇ ਹੈਰੀਡੋਮਰ ਉਲਟਾ ਤੇ ਨਹੀਂ, ਹੈਰੀਡੋਮਰ ਵਿੱਚ ਆਪਾਂ ਪੜ੍ਹਦੇ ਪਏ ਸੀ ਕਿ ਰੇਲ ਗੱਡੀ ਇੱਕ ਵਾਰੀ ਟਰੈਕ ਤੋਂ ਉਤਰ ਗਈ ਇਹਦਾ ਮਤਲਬ ਦੁਬਾਰਾ ਟਰੈਕ ਤੇ ਨਹੀਂ ਆ ਸਕਦੀ। ਇਕੋਨਮੀ ਇੱਕ ਵਾਰੀ ਟਰੈਕ ਤੋਂ ਲੱਥ ਗਈ ਚਾਹੇ ਕਿਸੇ ਵੀ ਸਟੇਜ ਤੇ ਕਿਸੇ ਵੀ ਪੁਆਇੰਟ ਆਫ ਟਾਈਮ ਤੇ, ਉਹ ਦੁਬਾਰਾ ਵਾਪਸ ਨਹੀਂ ਆ ਸਕਦੀ। ਇਸ ਤਰ੍ਹਾਂ ਹੀ ਸੋਲੋ ਦੇ ਵਿੱਚ ਆਪਾਂ ਪੜ੍ਹਦੇ ਸੀ ਬੱਸ ਜੇ ਮਿੱਟੀ ਤੇ ਚੱਲ ਵੀ ਜਾਊਗੀ ਦੁਬਾਰਾ ਉਹ ਸੜਕ ਤੇ ਆ ਸਕਦੀ ਹੈ। ਇਹਦਾ ਮਤਲਬ ਇੱਕ ਕਿਸੇ ਵੀ ਪੁਆਇੰਟ ਆਫ ਟਾਈਮ ਤੇ ਜੇ ਇਕੋਨਮੀ ਹਿਲਦੀ ਆ ਤੇ ਉਹ ਵਾਪਸ ਆਪਣੀ ਸੜਕ ਦੇ ਉੱਤੇ ਆ ਸਕਦੀ ਹੈ। ਇਹਦੇ ਨਾਲ ਤੁਹਾਡਾ ਅੱਜ ਦਾ ਕੰਸੈਪਟ ਮੈਂ ਇੱਥੇ ਹੀ ਖਤਮ ਕਰਨ ਲੱਗਾ। ਹੁਣ ਤੁਹਾਡਾ ਇਹ ਕੰਸੈਪਟ ਲਗਾਤਾਰ 2-3 ਦਿਨ ਦੇ ਵਿੱਚ ਖਤਮ ਹੋ ਜਾਣਾ। ਇਹਨੂੰ ਪੜ੍ਹ ਜ਼ਰੂਰ ਲਿਓ ਜਾਂ ਦੇਖ ਲਿਓ। ਥੈਂਕ ਯੂ।